ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਆਸਾ ਰਾਗ ਦੇ ਵਿੱਚ, ਆਸਾ ਕਾਫੀ ਮਹੱਲਾ ਚੌਥਾ। ਸਮਝਾਉਂਦੇ ਸੀ ਸਤਿਗੁਰੂ ਜੀ ਕਿ ਬਿਰਥਾ ਜਨਮ ਤੇਨਾ ਜਿਨੀ ਨਾਮ ਵਿਸਾਰਿਆ। ਜਿਨ੍ਹਾਂ ਨਾਮ ਨੂੰ ਵਿਸਾਰ ਦਿੱਤਾ ਉਹਨਾਂ ਦਾ ਜਨਮ ਵਿਅਰਥ ਚਲੇ ਜਾਂਦਾ ਹੈ। ਜਾਂ ਸਤਿਗੁਰੂ ਜੀ ਇਹ ਵੀ ਸਮਝਾਉਂਦੇ ਨੇ ਵੀ ਜਿਹੜੇ ਨਾਮ ਨੂੰ ਵਿਸਾਰ ਕੇ ਹੋਰ ਕਰਮ ਕਮਾਉਂਦੇ ਨੇ ਦਿਖਾਵੇ ਦੇ, ਇੱਕ ਸੰਸਾਰਿਕ ਕਰਮ ਆਪਾਂ ਕਰਦੇ ਹਾਂ, ਜੋ ਆਪਣਾ ਕਰਮ ਜੋ ਆਪਾਂ ਆਪਣੇ ਗੁਜ਼ਰਾਨ ਵਾਸਤੇ ਕਰਦੇ ਹਾਂ, ਸੰਸਾਰਿਕ। ਤੇ ਇੱਕ ਜੀਵ ਕਰਮ ਕਰਦੇ ਨੇ ਦਿਖਾਵੇ ਦੇ, ਲੋਕਾਂ ਨੂੰ ਦਿਖਾਉਣ ਦੇ ਵਾਸਤੇ ਕਿ ਅਸੀਂ ਦਾਨੀ ਹਾਂ, ਅਸੀਂ ਭਗਤੀ ਕਰਦੇ ਹਾਂ, ਅਸੀਂ ਸਮਾਜਿਕ ਸੇਵਾ ਦੇ ਕੰਮ ਕਰਦੇ ਹਾਂ। ਐਸੇ ਜੀਵਾਂ ਨੂੰ ਫਿਰ ਸਤਿਗੁਰੂ ਸਮਝਾਉਂਦੇ ਨੇ ਵੀ ਜਿਹੜੇ ਨਾਮ ਨੂੰ ਵਿਸਾਰ ਦਿੰਦੇ ਤੇ ਹੋਰ ਕਰਮ ਕਰਦੇ ਨੇ, ਉਹਨਾਂ ਦੀ ਵੀ ਕੀ ਹਾਲਤ ਹੁੰਦੀ ਹੈ। ਚੋਰਾਂ ਵਾਂਗੂ ਉਹਨਾਂ ਨੂੰ ਸਜ਼ਾ ਮਿਲਦੀ ਹੈ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਵੱਧੇ ਮਾਰੀਆਂ ਜਿਉ ਸੰਨੀ ਉੱਪਰ ਚੋਰ। ਵੀ ਇੱਦਾਂ ਉਹਨਾਂ ਨੂੰ ਜਮਾਂ ਦੀ ਪੂਰੀ ਫਿਰ ਮਾਰ ਪੈਂਦੀ ਹੈ। ਜਿਵੇਂ ਚੋਰੀ ਕਰਦਾ ਚੋਰ ਪਕੜਿਆ ਜਾਵੇ ਸੰਨ ਲਾਉਂਦਾ, ਉਸ ਦੀ ਕਟਾਈ ਹੁੰਦੀ ਹੈ। ਕਿਉਂਕਿ ਨਾਮ ਤੋਂ ਬਿਨਾਂ ਸਾਨੂੰ ਸਤਿਗੁਰੂ ਜੀ ਚੋਰ ਕਹਿੰਦੇ ਨੇ। ਜਦ ਤੱਕ ਆਪਾਂ ਉਸ ਪ੍ਰਭੂ ਨੂੰ ਜਾਣਿਆ ਨਹੀਂ ਜਿਹਨੇ ਇਹ ਸਾਨੂੰ ਇਹ ਜੀਵਨ ਦਿੱਤਾ ਹੈ, ਜਾਂ ਸੰਗਤ ਵਿੱਚ ਨਹੀਂ ਆਏ, ਗਿਆਨ ਨਹੀਂ ਲਿਆ ਜਿੱਥੋਂ ਆਪਾਂ ਪ੍ਰਭੂ ਨੂੰ ਜਾਣਨ ਦਾ ਗਿਆਨ ਲੈਂਦੇ ਹਾਂ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ ਟੋਰ, ਜਿਨ ਕੀਤਾ ਤਿਸੇ ਨਾ ਜਾਣੀ ਬਿਨ ਨਾਵੈ ਸਭ ਚੋਰ। ਇਸ ਕਰਕੇ ਇੱਥੇ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਆਪਣੇ ਜੀਵਨ ਨੂੰ ਜੂਏ ਦੇ ਵਿੱਚ ਖੇਲ ਕੇ ਹਾਰ ਕੇ ਚਲੇ ਜਾਂਦੇ ਨੇ। ਜਿੰਨਾ ਬਿਰਥਾ ਜਨਮ ਤੇਨਾ ਜਿਨੀ ਨਾਮ ਵਿਸਾਰਿਆ, ਜੂਏ ਖੇਲਣ ਜੱਗ ਕਿ ਇਹ ਮਨ ਹਾਰਿਆ। ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ। ਜਿਨ੍ਹਾਂ ਨੇ ਗੁਰ ਨੂੰ ਪਾ ਲਿਆ ਉਹ ਜੀਵਤ ਵੀ ਸੁਖੀ ਤੇ ਮਰਨ ਤੋਂ ਬਾਅਦ ਵੀ ਸੁਖੀ। ਕਿਉਂਕਿ ਮਰਨਾ ਕਿਸ ਨੇ ਹੈ? ਸਰੀਰ ਨੇ। ਮਨ ਅਮਰ ਹੋ ਜਾਂਦਾ ਹੈ, ਮਨ ਪਰਮੇਸ਼ਰ ਸਮਾ ਜਾਂਦਾ ਹੈ, ਸਰੀਰਾਂ ਤੋਂ ਰਹਿਤ ਹੋ ਜਾਂਦਾ ਹੈ। ਜਿੰਨੀ ਦੇਰ ਇਹ ਸਰੀਰ 'ਚ ਹੈ ਉਨੀ ਉਰੇ ਵੀ ਸੁਖੀ, ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ, ਜਿਨ੍ਹਾਂ ਨੇ ਗੁਰ ਨੂੰ ਪਾ ਲਿਆ। ਨਾਨਕ ਸੱਚੇ ਸੱਚ ਸੱਚ ਸਮਾਇਆ। ਤੇ ਸਮਝਾਉਂਦੇ ਨੇ ਕਿ ਸੱਚ ਦੇ ਵਿੱਚ ਹੀ ਫਿਰ ਸਮਾ ਜਾਂਦਾ ਹੈ ਜੀਵ। ਜਿਹੜਾ ਗੁਰ ਪ੍ਰਾਪਤ ਕਰਦਾ ਹੈ, ਗੁਰ ਦੇ ਗਿਆਨ ਨੂੰ ਲਾਇ ਕੇ ਸਾਡਾ ਮਨ ਜਿਹੜਾ ਪ੍ਰਕਾਸ਼ ਹੋ ਜਾਂਦਾ ਹੈ, ਨਾਨਕ ਰੂਪ ਹੋ ਜਾਂਦਾ ਹੈ, ਸੱਚ 'ਚ ਸਮਾ ਜਾਂਦਾ ਹੈ। ਕਿਉਂਕਿ ਨਾਨਕ ਕੌਣ ਸੀ? ਜੋਤ। ਸਾਡੇ ਵੀ ਅੰਦਰ ਉਹੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ੍ਹ। ਆਓ
अगले शब्द की विचार करते हाँ। आसा महला चौथा। आसा राग दे विच महले चौथे का शब्द है। रहो पंक्तियां ने। जिन तुर लिखिया लेख तिन्नी नाम कमाया। हुण नाम कौन कमाउंदा है? जिन्हां नूं तुर तो लेख लिखिया जाता है। तुर की है? ये नहीं है कि किस लिखा के आ गया, अपन तो लिखे ही नहीं है। ऐसा नहीं है प्यारियो, क्योंकि परमेश्वर जदों आप लिखता है तुर, जिमें आप कहते हैं तुर की बाणी आई तिन सगली चिंता मिटाई। वो तुर की बाणी किहदी है? परमेश्वर की बाणी। परमेश्वर कित्थे वसदा है? संगत दे विच, साधु जनां दे हिरदे दे विच, साधु जनां दी रसना तो बोलदा है। इस करके ਜਿਹੜੇ ਇਹ फिर लेख लिखाउंदे ने जाते हाँ आपां, जिमें हर रोज़ आपां अभ्यास करते, मस्तक दे उत्ते साडे कौन बसदा है? मालक। वही साडे लेख लिखता है। फिर आपां नाम कमा सकते हाँ। कहण तो भाव जे असीं गुर दा ज्ञान ही ना लिया तो असीं नाम भी नहीं कमा सकते। जे गुर दा ज्ञान ले लिया, गुर दा ज्ञान कौन देंदा है? आप प्रभु अपने जनां द्वारा। फिर वो नाम नूं कमाउंदे ने। जिन तुर लिखिया लेख तिन्नी नाम कमाया, भी उन्हां नाम नूं कमाया है। दर सच्चे सचियार महल बुलाया। सच्चे दर ते उस प्रभु ने उन्होंने फिर अपने महल च बुलाउंदा है। फिर उसां दे लेख लिखता है तुरते। वो लेख लिखता है जिदे द्वारा फिर मन नाम नूं कमाउंदा है। सच्चा कित्थों? इत्थों मालिक दा दर शुरू हो जाता। जदों इधर तो आपां ध्यान लगाउंदे हाँ, कित्थे जांदे हाँ? महल दे विच। किते दूर नहीं है परमेश्वर। इस करके जेड़े फिर ये ज्ञान लैके गुर लैके कमाउंदे ने, वो फिर प्रभु नूं पा जांदे ने। वही कमा सकते ने जिन्हां गुर नहीं लिया, महल च गए नहीं एक बारी साधु जनां दा संग करके गुर दे ज्ञान द्वारा, वो नाम नहीं कमा सकते। और शब्द शुरू करते हाँ। जन्म पदार्थ पाए नाम ते आया। जन्म पदार्थ जिहड़ा है मनुखा देह मिल गई, लेकिन इहदे विच पदार्थ असीं किहड़ा पाउणा सी? नाम दा। जे असीं नाम ते आ लिया, समझ लो अपने जीवन दा लाह कट लिया। गुर प्रसाद बुझ सच समाया। गुर दा ज्ञान लिया, गुर दी कृपा नाल गुर कमा के बुझ लिया, सच समा गया, अपने जन्म दा लाहा खट लिया। जन्म नूं जित के जांदा है। अंतर नाम निदान गुरमुख पाइया। अंदर नाम दा खजाना है। गुरमुख ने पहला गुरमुखा नूं मालिक ने बख्शिश कीता है। उन्हां तो आपां फिर ये ज्ञान लैके तुर जाना हुंदा है मालिक दे कोल, क्योंकि उन्हां दे कोल खजाना है। वो सानूं दसदे ने किवें आपां जाना है प्रभु दी शरण दे विच। अन दिन नाम ते आए हर गुण गाइए। वो फिर जिन्हां ने एक खजाना लिया है मालिक दा, वो फिर सानूं दसदे ने किवें आपां अन दिन ते आउणा है। अन दिन वो सानूं एक गुर दा ज्ञान देंदे ने। हर गुण गाइए। हरि दे गुण गाउणे की है? गुर दा ज्ञान देना, जुगत देनी जो मालिक ने बख्शिश कीती है।
ਕਿਹਨਾਂ ਨੂੰ ਜਿਨ੍ਹਾਂ ਨੂੰ ਦਿੱਤੀ ਉਹ ਫਿਰ ਸਾਨੂੰ ਦੱਸਦੇ ਨੇ। ਭੁਗਤ ਗਿਆਨ ਦਇਆ ਭੰਡਾਰ ਨੂੰ ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾ ਕੇ ਰਿਸਦਾਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਉਹ ਮਾਲਕ ਫਿਰ ਦਿੰਦਾ ਹੈ ਖਜ਼ਾਨਾ। ਫਿਰ ਉਸ ਹਰੀ ਦੇ ਗੁਣ ਗਾਉਂਦੇ ਨੇ, ਆਪ ਵੀ ਧਿਆਉਂਦੇ ਨੇ, ਦੂਜਿਆਂ ਨੂੰ ਵੀ ਦੱਸਦੇ ਨੇ ਵੀ ਕਿਵੇਂ ਆਪਾਂ ਨਾਮ ਨੂੰ ਧਿਆਉਣਾ ਹੈ। ਅੰਤਰ ਵਸਤ ਅਨੇਕ, ਮਨਮੁਖ ਨਹੀਂ ਪਾਈਐ। ਹੁਣ ਅੰਦਰ ਵਸਤਾਂ ਬਹੁਤ ਨੇ, ਨਾਮ ਹੈ, ਪਰਮੇਸ਼ਰ ਵਸਦਾ ਹੈ, ਪਰ ਮਨਮੁਖ ਨਹੀਂ ਪਾ ਸਕਦਾ, ਕਿਉਂਕਿ ਮਨਮੁਖ ਅੰਦਰ ਦਾ ਗਿਆਨ ਹੀ ਨਹੀਂ ਲੈਂਦਾ। ਮਨਮੁਖ ਗੁਰ ਦਾ ਗਿਆਨ ਹੀ ਨਹੀਂ ਲੈਂਦਾ, ਪ੍ਰਭੂ ਦੀ ਸ਼ਰਨ ਵਿੱਚ ਨਹੀਂ ਜਾਂਦਾ। ਇਸ ਕਰਕੇ ਉਹ ਇਸ ਨੂੰ ਨਹੀਂ ਪਾ ਸਕਦਾ। ਜਿਹੜੇ ਗੁਰਮੁਖ ਨੇ ਉਹ ਪਾਉਂਦੇ ਨੇ ਖਜ਼ਾਨਾ, ਜਿਹੜਾ ਨਾਮ ਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦਾ ਖਜ਼ਾਨਾ ਹੈ। ਜੇ ਮਹਾਰਾਜ ਸਮਝਾਉਂਦੇ ਨੇ, ਅੰਦਰ ਭੰਡਾਰ ਹੈ ਹੀਰੇ ਮੋਤੀਆਂ ਦਾ, ਲਾਲਾਂ ਦਾ ਭਰਿਆ, ਪਰ ਮਨਮੁਖ ਨਹੀਂ ਪਾ ਸਕਦੇ, ਗੁਰਮੁਖ ਹੀ ਪ੍ਰਾਪਤ ਕਰਦੇ ਨੇ। ਹਉਮੈ ਗਰਭ, ਗਰਭੈ ਗਰਭ ਆਪ ਖੁਆਈਐ। ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ, ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਜੀਵ ਫਸਿਆ ਰਹਿੰਦਾ ਹੈ ਅਤੇ ਹਉਮੈ ਦੇ ਵਿੱਚ ਹੀ ਆਪਾ ਜਨਮ ਗਵਾ ਲੈਂਦਾ ਹੈ। ਨਾਨਕ ਆਪੇ ਆਪ ਆਪ ਖੁਆਈਐ। ਅਤੇ ਸਤਿਗੁਰ ਸਮਝਾਉਂਦੇ ਨੇ ਕਿ ਜਿਨ੍ਹਾਂ 'ਤੇ ਆਪ ਦਇਆ ਕਰਦਾ ਹੈ ਉਹਨਾਂ ਨੂੰ ਆਪ ਪ੍ਰਕਾਸ਼ ਕਰ ਦਿੰਦਾ ਹੈ, ਅਤੇ ਜਿਨ੍ਹਾਂ ਨੂੰ ਆਪਣੇ ਤੋਂ ਵਿਛੋੜਦਾ ਹੈ ਉਹ ਫਿਰ ਉਸ ਨੂੰ ਨਹੀਂ ਮਿਲ ਸਕਦੇ। ਨਾਨਕ ਆਪੇ ਆਪ ਆਪ ਖੁਆਈਐ, ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ। ਅਤੇ ਜਿਨ੍ਹਾਂ ਨੂੰ ਗੁਰ ਦੀ ਮੱਤ ਦਿੰਦਾ ਹੈ ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ ਹੈ ਮਨ, ਉਹ ਸੱਚੇ ਨੂੰ ਪਾ ਲੈਂਦੇ ਨੇ। ਅਤੇ ਮਨਮੁਖ ਜਿਹੜੇ ਨੇ ਉਹ ਆਪ ਹੀ ਪ੍ਰਭੂ ਉਹਨਾਂ ਨੂੰ ਵਿਛੋੜ ਦਿੰਦਾ ਹੈ, ਕਿਉਂਕਿ ਉਹ ਗਿਆਨ ਨਹੀਂ ਲੈਂਦੇ, ਵਿਸ਼ਵਾਸ ਨਹੀਂ ਕਰਦੇ। ਜੇ ਗਿਆਨ ਵਿਲਾਏ ਵੀ ਲਿਆ ਫਿਰ ਵਿਸ਼ਵਾਸ ਨਹੀਂ ਕਰਦੇ, ਸੁਣ ਕੇ ਮੰਨਦੇ ਨਹੀਂ, ਕਮਾਉਂਦੇ ਨਹੀਂ। ਆਓ ਅਗਲਾ ਸ਼ਬਦ ਹੈ ਰਾਗ ਆਸਾਵਰੀ। ਘਰ 16ਵਾਂ ਕੇ 2 ਮਹੱਲਾ ਚੌਥਾ। 2 ਸ਼ਬਦ ਨੇ 16ਵੇਂ ਘਰ ਦੇ ਵਿੱਚ। ਆਸਾਵਰੀ, ਜਿਵੇਂ ਪਹਿਲਾਂ ਪੜ੍ਹਦੇ ਸੀ ਆਸਾ। ਆਸਾ ਹੁੰਦਾ ਕਿ ਮਨ ਦੇ ਵਿੱਚ ਕੋਈ ਆਸਾ ਰੱਖਣੀ। ਆਸਾ ਵਰੀ ਕਿ ਆਸਾ ਨੂੰ ਪੂਰੀ ਕਰ ਲਿਆ। ਜਿਹੜੀ ਆਸਾ ਸੀ ਮਨ ਦੇ ਵਿੱਚ ਉਹ ਆਸਾ ਨੂੰ ਪੂਰੀ ਹੋ ਗਈ। ਇੱਥੇ ਆਸਾ ਵਰੀ ਰਾਗ ਹੈ। ਘਰ 16ਵਾਂ। ਤੇ 2 ਸ਼ਬਦ ਨੇ ਮਹੱਲੇ ਚੌਥੇ ਦੇ। ਸੁਦੰਗ, ਸੁਦੰਗ, ਸੁਦੰਗ ਸੋਜੀ ਵੀ ਹੋ ਸਕਦਾ ਹੈ ਉਸ ਮਾਲਕ ਦਾ, ਜਾਂ ਸਾਡਾ ਉਹ ਜਿਹੜਾ ਆਪਣਾ ਸਰੀਰ ਦਾ 10ਵਾਂ ਦੁਆਰ, ਜਿੱਥੇ ਕਿਉਂਕਿ 9 ਦੁਆਰਾਂ ਦਾ ਜਿਹੜਾ ਸਰੀਰ ਹੈ, ਇਸ ਨੂੰ ਅਸੀਂ ਜਿੰਨਾ ਮਰਜ਼ੀ ਸ਼ੁੱਧ ਕਰ ਲਈਏ ਸ਼ੁੱਧ ਨਹੀਂ ਹੁੰਦਾ। ਜਿਹੜਾ ਸਾਡਾ 10ਵਾਂ ਦੁਆਰ ਹੈ ਉਹ ਸਦਾ ਨਿਰਮਲ ਹੈ, ਜਦੋਂ ਉੱਥੇ ਦਾ ਪ੍ਰਾਪਤੀ ਹੋ ਜਾਂਦੀ ਹੈ। ਅਤੇ ਇੱਥੇ ਜੋ ਅਰਥ ਕੀਤਾ ਹੈ ਬਾਣੀ ਦੇ ਵਿੱਚ, ਉਹਨਾਂ ਨੇ ਸੁਗੰਧ ਕੀਤਾ ਹੈ, ਸੁਦੰਗ ਦਾ। ਸਾਨੂੰ ਆਪਣੀ ਜੋਤ ਦੀ ਪ੍ਰਾਪਤੀ ਹੋ ਜਾਵੇ, ਕਿਉਂਕਿ ਜੋਤ ਸਾਡੇ ਸਰੀਰ ਦਾ ਇੱਕ ਪਾਰਟ ਹੈ, ਅੰਗ ਹੈ। ਉਸ ਦਾ ਗਿਆਨ ਹੋ ਜਾਵੇ, ਉਹ ਫਿਰ ਸ਼ੁੱਧ ਹੋ ਜਾਂਦਾ ਹੈ, ਸਾਡਾ ਮਨ ਸ਼ੁੱਧ ਹੋ ਜਾਂਦਾ ਹੈ।
तो शुद्ध हो के मालक दे नाल मिल जाता है। मालक उसनूं अपना अंगीकार कर लेंदा है, आसा पूरी हो जाती है। हुंदी किवें है? एक ओंकार सतगुर प्रसाद। एक ही गुर का ज्ञान है, वो सच्चे गुर की किरपा नाल ही ये सारा प्राप्त होता है। आओ विचारते हाँ। मूरे रहो पंक्तियां दित्तियां ने इस दियां। हो अनदिन हर नाम कीर्तन करूं। समझाते ने कि मैं अनदिन, अनदिन दा हर दिन, हर रोज़ हर नाम कीर्तन करूं। भी हरि दे नाम दा कीर्तन करता हाँ। पर कदों करदा हाँ, किवें करदा हाँ? सतगुर मोको हर नाम बताया, क्योंकि सतगुर ने मैनू हरि दे नाम दा भेद दिता। हो हर बिन खिन पल रह ना सकूं। कि सतगुर ने मैनू हरि दे नाम दा भेद दे दिता। हुण मैं एक खिन पल भी हरि दे नाम तो बिना रह नहीं सकदा। अन दिन मैं हुण हरि दे नाम दा कीर्तन करदा हाँ। कीर्तन करना कोई गाउणा नहीं है, उस प्रभु नूं नेड़े जानना, नेड़े देखते रहना। अन दिन हर रोज़ नेड़े नेड़े जानना। अन दिन कीर्तन केवल वख्यान, गृहस्थ मैं सोई निर्वाण। उस प्रभु नूं नेड़े देखना, क्योंकि एक बारी ज्ञान ले लिया नाम दा भी नेड़े देखना किवें है। हुण कहंदे उस तो बिना नहीं रहिंदे, अन दिन मैं उहनूं नेड़े देखता रहिंदा हाँ। क्योंकि नेड़े देखना ही भगती है। आठ पहर प्रभ पेखो नेरा। ये रहो पंक्तियां ने। हमरा सरवण सिमरन हर कीर्तन। कहंदे साडे सरवणा ने हरीक दे कीर्तन नूं सुनिया साधु जनां तो, जिहड़ा ज्ञान गुर लैंदे हाँ। जो साधु जन कीर्तन करते हैं, किहड़ा जिन्हों आपां बहुत वारी रोज़ विचारते हाँ। ओंकार एक तुन एको एको राग आलापै। वो एक ही राग है ओंकार तुन दा। वो सुनदा जीव है सरवणा द्वारा साधु जनां तो, ते साधु जन बोलते रसना द्वारा, सुनने वाला सुनदा कन्ना द्वारा, ते देखदा अखां द्वारा। फिर वो सतगुर दे नाल रत्या जांदा है। इस करके इत्थे सानूं समझाउंदे ने कि मेरे सरवणा ने हरि दा सिमरन, हरि दा कीर्तन सुनिया। हो हर बिन रह ना सकूं हो एक खिन। कहंदे वो ज्ञान ले लिया, हुण हरि दा भेत आ गया, हुण एक खिन भी उस तो बिना मैं रह नहीं सकदा। जैसे हंस सरबर बिन रह ना सकै। जिवें जिहड़ा हंस है, हंस कोई छपड़ा ते नहीं रहिंदा। हंस ने सरोवर ते रहना, मान सरोवर ते, क्योंकि हंस दा भोजन मान सरोवर दे विच है, हीरे मोती। इदां ही जिन्हां प्रभु दे नाल प्यार पा लिया, उन्हां दा भोजन की है? नाम। उन्हां दे वास्ते सब कुछ नाम है। नाम तान, नाम रूप रंग, नाम सुख हर नाम का संग, नाम राजो जंत्र पताने, मन तन नाम में नाम समाने, उठत बैठत सोवत नाम, कहो नानक जन कै सदकाम। इस करके कहते असी नाम तो बिना हुण रह नहीं सकते, हरि की सेवा तो बिना रह नहीं सकते। जैसे हंस सरवर बिन रह ना सकै, तैसे हर जन क्यों रहे हर सेवा बिन। इदां कहते जिहड़ा हरि दा जन है, हरि की सेवा तो बिना कमे रहे। जिवें हंस सरोवर तो बिना नहीं रह सकता, हरि दा जन भी हरि की सेवा तो बिना नहीं रह सकता। किन्हू प्रीत लाई दूजा पाओ रिद धार। कहते कि किसे ने प्रीत लाई है दूजे पाओ दे नाल, माया दे नाल, दृष्टमान दे नाल।
ਕਿਨਹੂ ਪ੍ਰੀਤ ਲਾਈ ਮੋਹ ਅਪਮਾਨ। ਕਿਸੇ ਨੇ ਪ੍ਰੀਤ ਲਾਈ ਹੈ ਮੋਹ ਦੇ ਨਾਲ, ਕਿਸੇ ਨੇ ਅਪਮਾਨ ਦੇ ਨਾਲ। ਹਰ ਜਨ ਪ੍ਰੀਤ ਲਾਈ ਹਰ ਨਿਰਵਾਨ ਪਦ। ਜਿਹੜੇ ਹਰੀ ਦੇ ਜਨ ਨੇ ਉਹ ਪ੍ਰੀਤ ਲਾਉਂਦੇ ਨੇ ਹਰੀ ਦੇ ਨਾਲ, ਜਿਹੜਾ ਨਿਰਵਾਨ ਪਦ ਹੈ, ਜਿਹੜਾ ਨਿਰਵਾਨ ਕੀਰਤਨ ਹੈ। ਇੱਕ ਨਿਮਖ ਹੀ ਬਹੁਤ ਹੈ। ਚੌਥਾ ਪਦ ਨਿਰਵਾਨ ਪਦ, ਨਿਰਵਾਨ ਕੀਰਤਨ। ਕਿਉਂਕਿ ਜਿਹੜਾ ਸੰਸਾਰ ਕਰਦਾ ਹੈ ਇਹ ਇੱਥੇ ਲੁੱਟਿਆ ਜਾਂਦਾ ਹੈ, ਜਿਹੜਾ ਦਿਸਦਾ ਹੈ। ਗੁਰੂ ਮਹਾਰਾਜ ਸਮਝਾਉਂਦੇ ਨੇ, ਕਰਮ ਧਰਮ ਪਖੰਡ ਜੋ ਦੀਸੈ, ਸਭ ਜਮ ਜਗਾਤੀ ਲੂਟਾ ਹੈ। ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਇੱਕ ਵਾਰੀ ਧਿਆਨ ਲਾਉਂਦੇ ਹਾਂ ਆਪਾਂ, ਧਿਆਨ ਲਾਉਂਦੇ ਹੀ ਸਾਡਾ ਮਨ ਆਜ਼ਾਦ ਹੋ ਜਾਂਦਾ ਹੈ, ਛੁੱਟ ਜਾਂਦਾ ਹੈ। ਕਿਉਂਕਿ ਇਹ ਪਾਸਾ ਜਮਾਂ ਦਾ ਮਾਰਗ ਹੈ, ਇਹ ਪਾਸੇ ਹੀ ਸਾਡਾ ਛੁੱਟ ਜਾਂਦਾ, ਅਸੀਂ ਗੋਬਿੰਦ ਮਾਰਗ 'ਤੇ ਚੱਲ ਪੈਂਦੇ ਹਾਂ। ਇੱਕ ਵਾਰੀ ਇੱਕ ਨਿਮਖ ਇੱਕ ਕੀਰਤਨ ਸੁਣਨਾ ਹੈ, ਪਰ ਨਿਰਵਾਨ ਜਿਹੜਾ ਧਿਆਨ ਹੈ, ਜਿੱਥੇ ਬਚਨ ਨਹੀਂ, ਸਿਰਫ ਧਿਆਨ ਦਾ ਮਾਰਗ ਹੈ। ਨਾਨਕ ਹਰ ਸਿਮਰਤ ਹਰ ਹਰ ਭਗਵਾਨ। ਕਹਿੰਦੇ ਜਿਹੜੇ ਜਨ ਫਿਰ ਹਰੀ ਦੇ ਨਾਲ ਪ੍ਰੀਤ ਲਾ ਲੈਂਦੇ ਨੇ ਨਿਰਵਾਨ ਪਦ ਦੇ ਨਾਲ, ਉਹ ਫਿਰ ਹਰੀ ਦਾ ਸਿਮਰਨ ਕਰਦੇ ਨੇ। ਇੱਕ ਹਰੀ ਦੇ ਨਾਮ ਦਾ ਸਿਮਰਨ ਹੈ, ਇੱਕ ਹਰੀ ਦਾ ਸਿਮਰਨ ਹੈ। ਕਿਉਂਕਿ ਹਰੀ ਦੇ ਨਾਮ ਨੂੰ ਧਿਆ ਕੇ ਹਰੀ ਦੇ ਸਿਮਰਨ ਦੇ ਵਿੱਚ ਜੁੜਦਾ ਹੈ ਜੀ। ਪਹਿਲਾਂ ਉਸ ਦੇ ਨਾਮ ਨਾਲ ਜੁੜਿਆ ਜਾਂਦਾ ਹੈ, ਜੋਤ ਨਾਲ ਜੁੜਿਆ ਜਾਂਦਾ ਹੈ, ਗਿਆਨ ਨਾਲ ਜੁੜਿਆ ਜਾਂਦਾ ਹੈ, ਗੁਰ ਨਾਲ ਜੁੜਿਆ ਜਾਂਦਾ ਹੈ। ਉਸ ਨੂੰ ਕਮਾ ਕੇ ਫਿਰ ਹਰੀ ਦੇ ਨਾਲ ਜੁੜਦਾ ਹੈ। ਜਿਹੜੇ ਜਨ ਹਰੀ ਦੇ ਨਾਲ ਜੁੜੇ ਨੇ, ਉਹਦਾ ਸਿਮਰਨ ਕਰਦੇ ਨੇ, ਉਹ ਫਿਰ ਸਾਨੂੰ ਗਿਆਨ ਦਿੰਦੇ ਨੇ, ਅਤੇ ਅਸੀਂ ਫਿਰ ਇਵੇਂ ਚੱਲਣਾ ਹੁੰਦਾ ਹੈ ਕਿ ਹਰ ਸਮੇਂ ਇਸ ਨੂੰ ਕਰਦੇ ਰਹਿਣਾ ਹੈ। ਆਪਾਂ ਕਾਂ ਬਿਰਤੀ ਛੱਡ ਕੇ ਹੰਸ ਬਿਰਤੀ ਅਪਣਾਉਣੀ ਹੁੰਦੀ ਹੈ। ਕਾਂ ਗੰਦਗੀ 'ਚ ਠੁੰਗਾ ਮਾਰਦਾ ਹੈ, ਚੁੰਝਾ ਮਾਰਦਾ ਹੈ, ਅਤੇ ਜਿਹੜੇ ਹੰਸ ਨੇ ਉਹ ਸਰੋਵਰ ਦੇ ਵਿੱਚ ਮੋਤੀ ਚੁਗਦੇ ਨੇ। ਆਓ ਅੱਗੇ ਫਿਰ ਦੂਜਾ ਸ਼ਬਦ ਆਸਾਵਰੀ ਰਾਗ ਦਾ, ਮਹੱਲੇ ਚੌਥੇ ਦਾ, ਕਿਉਂਕਿ ਦੋ ਸ਼ਬਦ ਆਪਾਂ ਲਿਖੇ ਸੀ ਕਿ ਦੋ ਸ਼ਬਦ ਨੇ ਇਹ। ਆਓ ਪਹਿਲਾਂ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੇ ਮਾਈ। ਹੁਣ ਸਮਝਾਉਂਦੇ ਨੇ ਕਿ ਮੋਰੋ ਪ੍ਰੀਤਮ ਰਾਮ, ਹੇ ਮਾਈ ਮੋਰੋ ਪ੍ਰੀਤਮ ਰਾਮ ਹੈ, ਮੈਂ ਉਸ ਨੂੰ ਹੀ ਅੱਗੇ ਜੀਵਾਂ ਨੂੰ ਦੱਸਦਾ ਹਾਂ, ਬਤਾਉਂਦਾ ਹਾਂ, ਉਸ ਦੇ ਬਾਰੇ ਹੀ ਕਹਿੰਦਾ ਹਾਂ। ਹਉ ਹਰ ਬਿਨ ਖਿਨ ਫਲ ਰਹਿ ਨਾ ਸਕੂੰ। ਹੁਣ ਮੈਂ ਹਰੀ ਤੋਂ ਬਿਨਾਂ, ਪਹਿਲਾਂ ਹਰੀ ਦਾ ਨਾਮ ਸੀ, ਇੱਥੇ ਹਰੀ, ਹਰੀ ਤੋਂ ਬਿਨਾਂ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂੰ। ਵੀ ਖਿਨ ਪਲ ਵੀ ਹਰੀ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜੈਸੇ ਕਰਹਲ ਬੇਲ ਰਜਾਈ। ਕਰਹਲ ਕਹਿੰਦੇ ਨੇ ਊਠ ਨੂੰ। ਜਿਵੇਂ ਊਠ ਹੈ ਆਪਣੇ ਭੋਜਨ 'ਚ ਮਸਤ ਹੋ ਜਾਂਦਾ ਹੈ, ਉਸਦੀ ਇੱਕ ਆਪਣੀ ਚਾਲ ਹੈ। ਇੱਦਾਂ ਹੀ ਕਹਿੰਦੇ ਅਸੀਂ ਹੁਣ ਹਰੀ ਤੋਂ ਬਿਨਾਂ ਨਹੀਂ ਰਹਿ ਸਕਦੇ ਇੱਕ ਖਿਨ ਪਲ ਵੀ। ਹੁਣ ਉਸੇ ਦਾ ਅਸੀਂ ਗਿਆਨ ਦਿੰਦੇ, ਉਹਦੇ ਬਾਰੇ ਦੱਸਦੇ ਹਾਂ ਜੀਵਾਂ ਨੂੰ, ਦੂਜੇ ਜੀਵਾਂ ਨੂੰ ਦੱਸਦੇ ਹਾਂ ਉਸ ਦੇ ਬਾਰੇ ਹੀ ਜਿਸ ਨੂੰ ਅਸੀਂ ਪਾ ਲਿਆ ਹੈ। ਮੋਰੋ ਪ੍ਰੀਤਮ ਰਾਮ, ਵੀ ਮੇਰਾ ਪ੍ਰੀਤਮ ਹੁਣ ਸੰਸਾਰ ਨਹੀਂ ਹੈ ਕੋਈ, ਮੇਰਾ ਪ੍ਰੀਤਮ ਰਾਮ ਹੈ। ਦੂਜਿਆਂ ਨੂੰ ਦੱਸਦੇ ਨੇ ਮੈਂ ਰਹਿ ਨਹੀਂ ਸਕਦਾ, ਕਿਉਂਕਿ ਬਹੁਤ ਸਾਰੇ ਜੀਵ ਨੇ। ਇੱਕ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ ਬਾਬਾ ਨਾਮਦੇਵ ਜੀ ਦਾ, ਉਹ ਸ਼ਬਦ ਆਉਂਦਾ ਹੈ ਕਿ
ਕਾਹੇ ਰੇ ਬਕਵਾਦ ਲਾਇਓ, ਜਿਨ ਜਿਨ ਪਾਇਓ ਤਿਨੈ ਛੁਪਾਇਓ। ਉਸ ਦੇ ਵਿੱਚ ਬਹੁਤ ਸਾਰੇ ਜੀਵ ਫਿਰ ਕਹਿ ਦਿੰਦੇ ਵੀ ਨਹੀਂ, ਜਿਹਨੇ ਰੱਬ ਨੂੰ ਪਾ ਲਿਆ ਉਹ ਦੱਸਦਾ ਨਹੀਂ, ਉਹ ਛੁਪਾਉਂਦਾ ਹੈ। ਇੱਕ ਹੋਰ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ, ਉਹ ਸ਼ਬਦ ਆਉਂਦਾ ਹੈ ਕਿ ਹੋਣ ਨਜ਼ੀਕ ਖੁਦਾਏ ਦੇ, ਭੇਤ ਨ ਕਿਸੈ ਦੇਣ। ਵੀ ਜਿਹੜੇ ਪਰਮੇਸ਼ਰ ਦੇ ਨੇੜੇ ਹੁੰਦੇ ਨੇ, ਨਜ਼ਦੀਕ ਹੈ ਦੇ ਨੇੜੇ ਨੂੰ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ। ਹੁਣ ਭੇਤ ਕੀ ਹੈ? ਤੇ ਸਤਿਗੁਰੂ ਸਮਝਾਉਂਦੇ ਨੇ ਕਿ ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ, ਹਰੀ ਹੈ, ਇਹ ਐਸਾ ਰਤਨ ਹੈ ਜੇ ਲੁਕਾਇਆ ਵੀ ਨਹੀਂ ਲੁਕਦਾ। ਜੇ ਅਸੀਂ ਲੁਕਾਉਣਾ ਵੀ ਚਾਹੀਏ ਨਹੀਂ ਲੁਕਦਾ ਹੈ। ਹੁਣ ਭੇਤ ਕੀ ਹੈ? ਦੋ ਤਰ੍ਹਾਂ ਦਾ ਹੈ। ਇੱਕ ਜੀਵ ਨੇ ਜਿਹੜੇ ਬਾਹਰੀ ਭੇਖ ਕਰਦੇ ਨੇ ਵੀ ਅਸੀਂ ਸੰਤ ਸਾਧੂ ਹਾਂ, ਉਹ ਦਿਖਾਵਾ ਕਰਦੇ ਨੇ, ਅਸਲ ਦੇ ਵਿੱਚ ਹੁੰਦੇ ਨਹੀਂ। ਦੱਸਦੇ ਨੇ, ਪੋਸਟਰ ਲਾਉਂਦੇ ਨੇ, ਬ੍ਰਹਮ ਗਿਆਨੀ, ਸੰਤ, ਮਹਾਂਪੁਰਖ। ਇੱਕ ਹੁੰਦੇ ਨੇ ਕੋਈ ਦਿਖਾਵਾ ਨਹੀਂ ਕਰਦੇ, ਪਰ ਜੇ ਕੋਈ ਪੁੱਛਦਾ ਉਸ ਨੂੰ ਦੱਸਦੇ ਨੇ, ਗਿਆਨ ਦਿੰਦੇ ਨੇ। ਕਿਉਂਕਿ ਗੁਰਬਾਣੀ 'ਚ ਸਾਨੂੰ ਇਹ ਸਮਝਾਇਆ ਹੈ ਕਿ ਜੇ ਆਪਾਂ ਪਰਮੇਸ਼ਰ ਨੂੰ ਮਿਲਣਾ ਹੈ ਤਾਂ ਸਾਨੂੰ ਕੁਛ ਜੀਵਾਂ ਤੋਂ ਗਿਆਨ ਲੈਣਾ ਪੈਂਦਾ। ਸੰਸਾਰ ਦੇ ਵਿੱਚ ਕੁਛ ਐਸੇ ਜੀਵ ਨੇ ਜਿਨ੍ਹਾਂ ਤੋਂ ਸਾਨੂੰ ਉਦਾਹਰਨ ਦਿੱਤੀ ਹੈ ਕਿ ਇੱਕ ਜੀਵ ਐਸੇ ਹੁੰਦੇ ਨੇ ਜਿਹੜੇ ਸੰਸਾਰ 'ਚ ਰਹਿੰਦੇ ਨੇ ਪਰ ਆਪਣੇ ਆਪ ਨੂੰ ਕੁਛ ਜਣਾਉਂਦੇ ਨਹੀਂ। ਇੱਕ ਨੇ ਜਿਹੜੇ ਆਪਣੇ ਆਪ ਨੂੰ ਜਣਾਉਂਦੇ ਨੇ। ਹੁਣ ਜਣਾਉਂਦਾ ਕੌਣ ਨਹੀਂ? ਹਰ ਕੋਈ ਬੰਦਾ ਆਪਣੇ ਆਪ ਨੂੰ ਜਣਾਉਂਦਾ ਹੈ। ਜਦੋਂ ਇੱਕ ਕੋਈ ਮੁਰਦਾ ਪਿਆ ਹੈ, ਮੁਰਦਾ ਨਹੀਂ ਕਿਸੇ ਨੂੰ ਜਣਾਉਂਦਾ ਵੀ ਮੈਂ ਫਲਾਣਾ ਹਾਂ, ਮੈਂ ਜੇ ਹਾਂ। ਇਹਦੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਬਈ ਇੱਲ ਜਿਹੜੀ ਹੈ, ਇੱਲ ਕੀ ਕਰਦੀ ਹੈ ਕਿ ਇੱਲ ਅਸਮਾਨ ਦੇ ਵਿੱਚ ਉੱਡਦੀ ਹੈ, ਦਸਾਂ ਦਿਸ਼ਾਵਾਂ ਨੂੰ ਉੱਡਦੀ ਹੈ, ਤਾਂ ਪਾਣੀ 'ਤੇ ਉੱਡਦੀ ਹੈ, ਪਹਾੜਾਂ 'ਤੇ ਜਾਂਦੀ ਹੈ, ਅਤੇ ਉੱਡਦੀ ਉੱਡਦੀ ਕਿੱਥੇ ਬੈਠਦੀ ਹੈ? ਜਿੱਥੇ ਉਸਨੂੰ ਕੋਈ ਮ੍ਰਿਤਕ ਦੇ ਦਿਸਦੀ ਹੈ, ਕਿਉਂਕਿ ਉਸਨੇ ਮੁਰਦਾਰ ਖਾਣੀ ਹੁੰਦੀ ਹੈ, ਮੁਰਦੇ ਨੂੰ ਖਾਣਾ ਹੈ। ਇੱਦਾਂ ਹੀ ਇੱਥੇ ਸਾਨੂੰ ਸਤਿਗੁਰੂ ਸਮਝਾਉਂਦੇ ਨੇ ਕਿ ਆਪਾਂ ਵੀ ਇੱਦਾਂ ਕੋਈ ਜੀਵ ਦੇਖਣਾ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਕੁਛ ਜਣਾਉਂਦਾ ਨਹੀਂ ਹੈ, ਮੁਰਦੇ ਦੀ ਤਰ੍ਹਾਂ ਹੈ। ਮੇਰਾ ਸਮਝਾਉਂਦੇ ਨੇ, ਕਹਿੰਦੇ ਉੱਡਦੀ ਉੱਡਦੀ ਦਹਿ ਦਿਸਾ, ਬਨ ਪਰਬਤ ਫਲ ਪਰਬਤ ਥਲ ਪਰਬਤ ਬਨ ਰਾਏ, ਜਿੱਥੇ ਡਿੱਠੋ ਮ੍ਰਿਤਕੋ ਇੱਲ ਬੈਠੀ ਆਏ। ਜਿੱਥੇ ਮ੍ਰਿਤਕ ਦੇਖਦਾ ਉੱਥੇ ਆ ਕੇ ਬਹਿੰਦੀ ਹੈ। ਹੁਣ ਇੱਦਾਂ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਮੂਆ ਜੀਵਨ ਦਾ ਭੇਖ। ਕਹਿੰਦੇ ਕੋਈ ਜੀਵਤ ਮਰਿਆ ਹੋਇਆ ਜੀਵ ਦੇਖ ਹੈ। ਜੀਵ ਸਰੀਰ ਕਰਕੇ ਜੀਵਤ ਹੈ, ਲੇਕਿਨ ਮਨ ਕਰਕੇ ਮਰਿਆ ਹੈ। ਕਹਿੰਦੇ ਉਹ ਦੇਖ ਪਹਿਲਾਂ ਜੀਵਨ ਦੇ ਮਰ ਜਾਣ, ਫਿਰ ਉਸ ਤੋਂ ਸਿੱਖ ਕਿ ਜਿਉਂਦੇ ਕਿਵੇਂ ਮਰਨਾ ਹੈ। ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਦਾਨ। ਕਹਿੰਦੇ ਉਹ ਪ੍ਰਧਾਨ ਨੇ ਉਸ ਘਰ ਦੇ ਵਿੱਚ ਜਿਨ੍ਹਾਂ ਦਾ ਇੱਕ ਪਰਮੇਸ਼ਰ ਦੇ ਨਾਲ ਪਿਆਰ ਹੈ, ਇੱਕ ਨਾਲ ਮੁਹੱਬਤ ਹੈ। ਪਰ ਮੁਹੱਬਤ ਕਦੋਂ ਪੈਂਦੀ ਹੈ? ਜਦੋਂ ਆਪ ਗਵਾਇਆ ਜਾਂਦਾ ਹੈ। ਆਪ ਗਵਾਈਏ ਤਾਂ ਸੋ ਪਈਏ। ਐਸਾ ਕੋਈ ਜੀਵ ਦੇਖ ਜਿਹੜਾ ਮੁਰਦਾ ਹੈ, ਉਸ ਤੋਂ ਫਿਰ ਮਰਨਾ ਸਿੱਖ ਵੀ ਕਿਵੇਂ ਜਿਉਂਦੇ ਮਰਨਾ ਹੈ। ਇਸ ਕਰਕੇ ਇੱਥੇ ਸਾਨੂੰ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਜਿਹੜੇ ਜੀਵ ਫਿਰ ਪ੍ਰਭੂ ਦੇ ਨੇੜੇ ਹੁੰਦੇ ਨੇ ਉਹ ਬਾਹਰ ਹੀ ਦਿਖਾਵਾ ਨਹੀਂ ਕਰਦੇ, ਪਰ ਜਿਹੜੇ ਜੀਵ ਪ੍ਰਭੂ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਜੁਗਤੀ ਦਿੰਦੇ ਨੇ। ਉਹ ਆਪਣੇ ਆਪ ਨੂੰ ਕੁਛ ਨਹੀਂ ਹੁੰਦੇ, ਉਹ ਆਪਣੇ ਆਪ ਨੂੰ ਕੁਛ ਨਹੀਂ ਸੁਣਾਉਂਦੇ, ਸਿਰਫ
ਜੇ ਕੋਈ ਪੁੱਛਦਾ ਹੈ ਉਹਨਾਂ ਨੂੰ ਦੱਸਦੇ ਨੇ ਵੀ ਇੱਦਾਂ ਆਪਾਂ ਮਿਲ ਸਕਦੇ ਹਾਂ, ਕਿਉਂਕਿ ਜਿੰਨੀ ਗੁਰਬਾਣੀ ਹੈ ਸਾਰੀ ਦੇ ਵਿੱਚ ਪ੍ਰਭੂ ਨੂੰ ਜਿਨ੍ਹਾਂ ਪਾਇਆ ਉਹਨਾਂ ਦਾ ਗਿਆਨ ਹੈ। ਸੋ ਆਓ ਆਪਾਂ ਅੱਗੇ ਵਿਚਾਰ ਕਰਦੇ ਹਾਂ, ਕਿਉਂਕਿ ਆਪਾਂ ਤਾਂ ਵਿਚਾਰਿਆ ਬਹੁਤ ਸਾਰੇ ਜੀਵ ਇਸ ਸਵਾਲ ਕਰਦੇ ਹੁੰਦੇ ਨੇ ਕਈਆਂ ਦੇ ਮਨ ਵਿੱਚ, ਕਿਉਂਕਿ ਨਾ ਪੜ੍ਹੇ। ਜਿਵੇਂ ਬਾਬਾ ਨਾਮਦੇਵ ਜੀ ਸੀ, ਬਾਬਾ ਨਾਮਦੇਵ ਜੀ ਵੀ ਜਦੋਂ ਪਰਮੇਸ਼ਰ ਨੂੰ ਪਾ ਲਿਆ ਤੇ ਉਹਨਾਂ ਦੱਸਣਾ ਸ਼ੁਰੂ ਕੀਤਾ। ਤੇ ਉਸ ਸਮੇਂ ਦੇ ਜਿਹੜੇ ਪੰਡਤ ਸੀ, ਉਸ ਸਮੇਂ ਪੰਡਤ ਸੀ ਜੋ ਬ੍ਰਾਹਮਣ ਸੀ, ਜਿਹੜੇ ਕਿ ਭੇਖੀ ਸੀ, ਜਿਹਨੂੰ ਆਪਾਂ ਭੇਖੀ ਪੰਡਤ ਕਹਿ ਸਕਦੇ, ਭੇਖੀ ਬ੍ਰਾਹਮਣ। ਕਿਉਂਕਿ ਜਿਹੜਾ ਅਸਲੀ ਸੱਚਾ ਬ੍ਰਾਹਮਣ ਹੈ ਉਸ ਦਾ ਤਾਂ ਹੀ ਹੈ ਜਿਹਨੇ ਬ੍ਰਹਮ ਨੂੰ ਪਾਇਆ ਹੈ। ਕੋਈ ਪੰਡਤ ਸੀ ਤੇ ਪੰਡਤ ਨੂੰ ਕਿਸੇ ਨੇ ਜਾ ਕੇ ਦੱਸਿਆ ਵੀ ਤੁਸੀਂ, ਕੋਈ ਕਹੀ ਜਾਂਦਾ ਵੀ ਪਰਮੇਸ਼ਰ ਨੇੜੇ ਹੈ, ਕੋਈ ਦੂਰ ਕਹਿੰਦਾ ਹੈ, ਵੀ ਦੇਖੋ ਅਨਹੋਣੀ ਦੇਖੋ ਉਹ ਜਿਹੜਾ ਸ਼ੀਂਬਾ ਨਾਮਦੇਵ ਹੈ ਉਸਨੇ ਪਰਮੇਸ਼ਰ ਨੂੰ ਪਾ ਲਿਆ। ਵੀ ਦੇਖਣ ਨੂੰ ਤਾਂ ਲੱਗਦਾ ਹੈ ਵੀ ਉਹ ਨਹੀਂ ਪਾ ਸਕਦਾ, ਜਿਵੇਂ ਜਲ ਦੇ ਵਿੱਚ ਰਹਿਣ ਵਾਲੀ ਮੱਛਲੀ ਹੈ, ਆਪਾਂ ਕਈ ਵੀ ਖੰਜੂਰ 'ਤੇ ਚੜ੍ਹ ਜਾਏਗੀ, ਅਨਹੋਣੀ ਹੈ, ਔਖਾ ਹੈ। ਇੱਦਾਂ ਹੀ ਵੀ ਉਹ ਨੂੰ ਕਹਿੰਦੇ ਸੀ ਵੀ ਇਹ ਕਿੱਥੇ ਪਾਲੂ, ਕਿਉਂਕਿ ਪੰਡਤਾਂ ਦੇ ਕੋਲ ਗਿਆਨ ਲੈਂਦੇ ਸੀ, ਉਹਨਾਂ ਨੂੰ ਨਾਮਦੇਵ ਜੀ ਵਰਗਿਆਂ ਨੂੰ ਲੋਕ ਮੂਰਖ ਕਹਿੰਦੇ ਸੀ। ਪਰ ਕਹਿੰਦੇ ਉਹਨੇ ਤਾਂ ਪਰਮੇਸ਼ਰ ਨੂੰ ਪਾ ਲਿਆ। ਤੇ ਪੰਡਤ ਨੂੰ ਫਿਰ ਗੁੱਸਾ ਆਇਆ, ਕਹਿੰਦੇ ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ, ਜਲ ਕੀ ਮਛਲੀ ਚਰੈ ਖਜੂਰ। ਵੀ ਜਲ 'ਚ ਰਹਿਣ ਵਾਲੀ ਮੱਛਲੀ ਖੰਜੂਰ 'ਤੇ ਚੜ੍ਹ ਗਈ, ਉੱਚੇ ਥਾਂ, ਕਿਉਂਕਿ ਉੱਚਾ ਹੈ, ਖਜੂਰ 'ਤੇ ਚੜ੍ਹਨਾ ਕੋਈ ਸੌਖੀ ਗੱਲ ਨਹੀਂ ਹੈ। ਇੱਦਾਂ ਪਰਮੇਸ਼ਰ ਉੱਚੇ ਥਾਂ ਹੈ ਜਿੱਥੇ ਉਹਨੂੰ ਪਾਇਆ ਜਾਂਦਾ ਹੈ। ਤੇ ਉਹ ਫਿਰ ਪੰਡਤ ਨੂੰ ਗੁੱਸਾ ਆਇਆ। ਪੰਡਤ ਫਿਰ ਜਾ ਕੇ ਨਾਮਦੇਵ ਜੀ ਦੇ ਨਾਲ ਔਖਾ ਹੋ ਕੇ ਇਹ ਬੋਲਿਆ ਸ਼ਬਦ ਕਿ ਕਾਹੇ ਰੇ ਬਕਵਾਦ ਲਾਇਓ, ਜਿਨ ਜਿਨ ਪਾਇਓ ਤਿਨੈ ਛੁਪਾਇਓ। ਵੀ ਤੂੰ ਕਿਉਂ ਬਕਵਾਸ ਕਰਦਾ, ਜਿਹਨੇ ਰੱਬ ਨੂੰ ਪਾ ਲਿਆ ਉਹ ਤਾਂ ਛੁਪਾ ਲਿਆ, ਉਹ ਦੱਸਦਾ ਹੀ ਨਹੀਂ ਕਿਸੇ ਨੂੰ। ਤੇ ਫਿਰ ਬਾਬਾ ਨਾਮਦੇਵ ਜੀ ਪੰਡਤ ਨੂੰ ਜਵਾਬ ਦਿੰਦੇ ਨੇ ਇਸ ਗੱਲ ਦਾ, ਜੋ ਪੰਡਤ ਨੇ ਜਾ ਕੇ ਨਾਮਦੇਵ ਜੀ ਨੂੰ ਕਿਹਾ, ਕਾਹੇ ਰੇ ਬਕਵਾਦ ਲਾਇਓ, ਜਿਨ ਜਿਨ ਪਾਇਓ ਤਿਨੈ ਛੁਪਾਇਓ। ਤੇ ਫਿਰ ਬਾਬਾ ਨਾਮਦੇਵ ਜੀ ਪੰਡਤ ਨੂੰ ਜਵਾਬ ਦਿੰਦੇ ਨੇ, ਕੀ ਦਿੰਦੇ ਨੇ, ਕਹਿੰਦੇ ਪੰਡਤ ਹੋਏ ਕੈ ਬੇਦ ਬਖਾਨਾ। ਕਹਿੰਦੇ ਤੂੰ ਪੰਡਤ ਹੋ ਕੇ ਬੇਦਾਂ ਨੂੰ ਬਖਿਆਨ ਕਰਦਾ ਹੈ, ਮੂਰਖ ਨਾਮ ਦਿਓ ਰਾਮੈ ਜਾਣੈ। ਕਹਿੰਦੇ ਮੈਂ ਮੂਰਖ ਨਾਮਦੇਵ ਨੇ ਰਾਮ ਨੂੰ ਜਾਣ ਲਿਆ, ਤੂੰ ਸਿਰਫ ਬੇਦ ਹੀ ਬਖਿਆਨ ਕਰ ਸਕਦਾ, ਕਿਉਂਕਿ ਤੂੰ ਰੱਬ ਨੂੰ ਨਹੀਂ ਪਾ ਸਕਦਾ। ਰੱਬ ਨੂੰ ਕੌਣ ਪਾਉਂਦਾ ਹੈ? ਮੂਰਖ, ਗੁਰ ਦੇ ਗਿਆਨ ਦੁਆਰਾ। ਇਸ ਕਰਕੇ ਇੱਥੇ ਵੀ ਸਤਿਗੁਰੂ ਸਮਝਾਉਂਦੇ ਨੇ ਕਿ ਅਸੀਂ ਹੁਣ ਬਤਾਉਂਦੇ ਹਾਂ ਦੂਜਿਆਂ ਨੂੰ ਕਿ ਅਸੀਂ ਪਾ ਲਿਆ ਉਸ ਨੂੰ, ਸਾਡਾ ਪ੍ਰੀਤਮ ਰਾਮ ਹੈ, ਦੂਜਿਆਂ ਨੂੰ ਦੱਸਦੇ ਹਾਂ। ਹਮਰਾ ਮਨ ਬੈਰਾਗ ਬਿਰਕਤ ਭਇਓ, ਹਰ ਦਰਸ਼ਨ ਮੀਤ ਕੈ ਤਾਈ। ਕਿਵੇਂ ਪਾਇਆ ਹੁਣ ਦੱਸਦੇ ਨੇ। ਪਹਿਲਾਂ ਕਹਿੰਦੇ ਸਾਡਾ ਮਨ ਸੀ ਬੈਰਾਗੀ ਹੋ ਗਿਆ, ਕਾਹਦੇ ਵਾਸਤੇ? ਹਰੀ ਦੇ ਦਰਸ਼ਨਾਂ ਦੇ ਵਾਸਤੇ, ਉਸ ਮਿੱਤਰ ਨੂੰ ਪਾਉਣ ਦੇ ਵਾਸਤੇ। ਹਰ ਦਰਸ਼ਨ ਮੀਤ ਕੈ ਤਾਈ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹੇ ਹਰ ਬਿਨ ਰਹਿ ਨਾ ਜਾਈ। ਇੱਦਾਂ ਸਾਡਾ ਅਵਸਥਾ ਹੋ ਗਈ ਸੀ ਕਿ ਜਿਵੇਂ ਭੌਰਾ ਕਮਲ ਦੇ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ, ਇੱਦਾਂ ਹੀ ਕਹਿੰਦੇ ਅਸੀਂ ਵੀ ਹਰੀ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ। ਇਹਨਾਂ ਦਰਸ਼ਨਾਂ ਦੀ ਪਿਆਸ ਹੋ ਗਈ, ਇੰਨਾ ਵੈਰਾਗ ਹੋ ਗਿਆ। ਰਾਖ ਸਰਨ ਜਗਦੀਸ਼ ਪਿਆਰੇ, ਮੋਏ ਸਰਦਾ ਪੂਰ ਹਰ ਗੋਸਾਈ। ਕਹਿੰਦੇ ਫਿਰ ਹਰੀ ਪਿਆਰੇ ਨੇ, ਉਸ ਪਰਮੇਸ਼ਰ ਨੇ ਮੇਰੀ ਸ਼ਰਧਾ ਪੂਰੀ ਕਰ ਦਿੱਤੀ, ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਗਿਆ, ਮੇਰਾ ਮਿਲਾਪ ਹੋ ਗਿਆ। ਰਾਖ ਸਰਨ ਜਗਦੀਸ਼ਰ ਪਿਆਰੇ, ਮੋਹ ਸ਼ਰਧਾ ਪੂਰ ਗੋਸਾਈ।
कि उसने मेरी शरधा पूरी कर दी। अपनी शरण दे विच मैनू लै गया। पर लैके कदों गया? जदों इन्ना अंदर प्यार सी कि नहीं, दर्शनां तो बिना नहीं रह सकदा। जन नानक के मन आनंद होत है, हर दर्शन निमख दिखाई। कहंदे एक निमख भी दर्शन हो जाण, इन्ने नाल ही साडे मन नूं आनंद प्राप्त हो जाता है। पर उसने मिला लिया, हुण उस तो बिना रह नहीं सकते। हर समय दर्शनां दी तांघ है ते हुण मन आनंद दे विच रहिंदा है। इस तरीके दे नाल सानू ये समझाया गया है कि प्रभु नूं पाउण दे वास्ते मन दे विच विराग होना बहुत जरूरी है। मन बैराग पया, दर्शन देखने का चाओ। दर्शन देखण, क्योंकि संसार है जिवें गुरु साहब जी कहंदे ने, अस दी वार च आपां पढ़दे हां कि मुसलमान पढ़ पढ़ के शरीयत दियां विचारां करदा है, पर बंदगी करनी सी दर्शनां दे वास्ते। इदां ही हिंदू ने उस नाम नूं सलाउणा सी, उस अपार रूप की सलाहना करनी सी, पर वह धूपां तक ही देण तक सीमित रह गया है, तीर्थां ते जाण तक सीमित रह गया है। ते अज आपां सिख देखिए, सिख भी बाणी परमेश्वर के दर्शन करने सी, लेकिन ये भी पढ़ पढ़ के विचारां करन तक ही सीमित रह गए ने। जिन महाराज समझाउंदे ने, मुसलमाना सिफत शरीयत पढ़ पढ़ करे विचार, बंदे से जे पविच बंदी देखन को दीदार। हिंदू सालाही सालाहन दर्शन रूप अपार। कहते हिंदू की है जदों उस दर्शन प्रभु दे दा ज्ञान देण कि किवें उस अपार रूप दे दर्शन करने ने। तीर्थ ना आवे अर्चा पूजा अगरबास बेकार। पर कहते वह की करता? तीर्थ नाउंदा है, अर्चा पूजा करता है, दर्शनां दी गल नहीं करता, ना आप दर्शन करता ते ना दूजिआं नूं दसदा है। इदां ही अज दा सिख है जिहड़ा सिर्फ पढ़न तक है, दर्शनां दी तांघ नहीं है। सो आओ दर्शनां दा मन दे विच विराग पैदा करिए, क्योंकि जे सानू प्यास लगेगी फिर प्रभु जानता है, फिर साडी प्यास बुझाउंदा है। वो साडे वांगू नहीं है कि घेर घेर के रज्जिया होया नू खिलाई जाना ते भुखिया नू नहीं देना, जां घेर घेर के पानी पिलाई जाना, प्यासे नू नहीं पिलाउणा, रज्जिया नू घेर घेर के। ऐसा नहीं है प्रभु। प्रभु उसे नू पिलाउंदा जिस दे अंदर प्यास है। जिन को लगी प्यास अमृत से ही खाहे। जे प्यास ही नहीं, जिसनों प्यास नहीं उसनों प्राप्त नहीं होंदा। जिन्हों दर्शनां दी प्यास है उसनों दर्शन होंदे ने। सो अपने अंदर दर्शनां दी प्यास होनी बहुत जरूरी है, फिर प्रभु सानू दर्शन देंदा है। नाम दी प्यास होनी चाहिए है, फिर सानू नाम प्रगट होंदा है। संगत दी प्यास होनी चाहिए है, फिर संगत मिलती है। गुर दी प्यास होवे ते गुर मिलता है। मेरा मन लोचा गुर दर्शन की ताई, बिल पकड़े चातरिक की न्याई, त्रिखा ना उतरै शांत ना आवे, बिन दर्शन संत प्यारे जियो। क्यों गुर किने देना? संतां ने। हों कोली जियो कोल कुमाई, गुर दर्शन संत प्यारे। सो आओ प्यारिओ, किमें करना है समझिए। तरीका की है प्रभु की शरण विच जाण दा, प्रभु के दर्शनां दी तांघ किमें पैदा होंदी है, किमें आपां दर ते बैठ के दर्शनां नूं लोचना होंदा है। गुर है सब तो पहला, गुर दा ज्ञान। गुर दा ज्ञान की है? सब तो पहला कि सानू मन दा भेत आवे। मन है किथे? मन की है? मन साडा
ਜੋਤ ਸਰੂਪ ਹੈ, ਇਹ ਆਪਣੇ ਆਪ ਨੂੰ ਭੁੱਲ ਗਿਆ ਹੈ। ਇਹ ਮਨ ਦੁਚਿੱਤੀ 'ਚ ਪੈ ਗਿਆ ਹੈ। ਦੋ ਜੋਤਾਂ ਹੋ ਗਿਆ, ਦੋ ਨੇਤਰਾਂ 'ਚ ਜੋਤ ਹੈ ਮਨ, ਜਿਹਨੂੰ ਮਹਾਰਾਜ ਸਮਝਾਉਂਦੇ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ। ਦੋ ਨੇਤਰ ਨੇ, ਦੋ ਜੋਤਾਂ ਹੋ ਗਿਆ ਹੈ। ਸੋ ਆਪਾਂ ਇਸ ਨੂੰ ਪਹਿਲਾਂ ਉਸ ਦਰ 'ਤੇ, ਜਿਹੜਾ ਪ੍ਰਭੂ ਦਾ ਦਰ ਜਿੱਥੋਂ ਸਾਨੂੰ ਸਵਾਸ ਦਿੰਦਾ ਹੈ, ਦੋਨਾਂ ਨੂੰ ਇੱਕ ਕਰਨਾ ਹੈ। ਆਪਾਂ ਇੱਕ ਚਿੱਤ ਹੋ ਕੇ ਦਰ 'ਤੇ ਜਾਣਾ ਹੈ। ਇੱਕ ਚਿੱਤ ਸਾਨੂੰ ਕੌਣ ਕਰੇਗਾ? ਮਾਲਿਕ ਹੀ ਕਰੇਗਾ, ਕੋਈ ਬੰਦਾ ਨਹੀਂ ਕਰ ਸਕਦਾ। ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਇੱਕ ਦ੍ਰਿਸ਼ਟ ਹੁੰਦੇ ਨੇ, ਕਿਉਂਕਿ ਉਹ ਆਈ ਐਸੀ ਦੇਵ ਲੋਕ ਤੋਂ ਹੁੰਦੇ ਨੇ, ਪਰ ਇੰਨੀ ਉੱਚੀ ਅਵਸਥਾ 'ਚ ਹੋ ਕੇ ਵੀ ਆਪਣਾ ਜੀਵਨ ਗਵਾ ਕੇ ਚਲੇ ਜਾਂਦੇ, ਕਿਉਂਕਿ ਭਰਮ ਨਹੀਂ ਦੂਰ ਹੁੰਦਾ ਉਹਨਾਂ ਦਾ। ਉਹ ਗੁਰ ਦਾ ਗਿਆਨ ਨਹੀਂ ਲੈਂਦੇ। ਹੁਣ ਆਪਾਂ ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਫੋਕਸ ਕਰਕੇ ਦੇਖਣਾ ਕੀ ਹੁੰਦਾ ਹੈ? ਇਹ ਦੇਖਣਾ ਹੈ ਕਿ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਜਾਂ ਨਹੀਂ। ਜੇਕਰ ਨੱਕ ਨਜ਼ਰ ਆਉਂਦਾ ਹੈ, ਫਿਰ ਸਾਡਾ ਮਨ ਦੋ ਦ੍ਰਿਸ਼ਟੀ ਦੇ ਵਿੱਚ ਹੈ, ਦੋ ਜੋਤਾਂ ਵਿੱਚ ਹੈ। ਜੇਕਰ ਨਹੀਂ ਨਜ਼ਰ ਆਉਂਦਾ, ਇੱਕ ਦ੍ਰਿਸ਼ਟ ਹੈ, ਜਿੱਥੇ ਦੇਵਤਾ ਅਵਸਥਾ ਹੈ। ਦੋ ਨਜ਼ਰ ਆਉਂਦਾ, ਦੋ। ਜੇਕਰ ਨਜ਼ਰ ਆਉਂਦਾ, ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸੇ ਆਉਂਦਾ, ਸੱਜੇ ਆਉਂਦਾ, ਖੱਬੇ, ਜਾਂ ਦੋਨੋਂ ਪਾਸੇ ਤੋਂ। ਕਿਉਂਕਿ ਜੇ ਸੱਜੇ ਆਉਂਦਾ, ਸਾਰਾ ਧਿਆਨ ਸਾਡਾ ਸੱਜੇ ਪਾਸੇ ਹੀ ਹੈ, ਅਸੀਂ ਤਮੋ ਗੁਣੀ ਹਾਂ, ਅਸੀਂ ਮਹੇਸ਼ ਦੇ ਉਪਾਸਕ ਹਾਂ। ਸਾਡਾ ਸਾਰਾ ਸਵਾਸਾਂ ਦਾ ਧਨ ਤਮੋ ਗੁਣ ਹੱਟ 'ਤੇ ਖਰਚ ਹੁੰਦਾ ਹੈ। ਜੇ ਇਸ ਪਾਸੇ ਨਜ਼ਰ ਆਉਂਦਾ ਹੈ, ਫਿਰ ਅਸੀਂ ਰਜੋ ਗੁਣੀ ਹਾਂ। ਬ੍ਰਹਮਾ ਦੇ ਹੱਟ 'ਤੇ ਸਾਡਾ ਸਾਰਾ ਸਵਾਸ ਖਰਚ ਹੋ ਜਾਂਦੇ ਨੇ। ਜੇ ਅਸੀਂ ਵਿਚਾਲੇ ਦੋਨੋਂ ਪਾਸੇ ਤੋਂ ਹੈ, ਇੱਥੇ ਸਤੋ ਗੁਣ ਹੈ, ਇੱਥੇ ਸਾਡੇ ਵਿਸ਼ਨੂੰ ਦੇ ਹੱਟ 'ਤੇ ਸਾਰੇ ਸਵਾਸ ਖਰਚ ਹੋ ਜਾਂਦੇ ਨੇ। ਅਤੇ ਜੇਕਰ ਨੱਕ ਨਜ਼ਰ ਨਹੀਂ ਆਉਂਦਾ, ਫਿਰ ਸਾਡਾ ਮਨ ਦੇਵਤਾ ਹੈ। ਦਰ ਤੱਕ ਆ ਗਿਆ, ਲੇਕਿਨ ਪ੍ਰਵੇਸ਼ ਨਹੀਂ ਕਰਦਾ ਅੰਦਰ। ਅੰਮ੍ਰਿਤ ਨਹੀਂ ਮਿਲਦਾ, ਮੁਕਤ ਨਹੀਂ ਹੁੰਦਾ, ਕਿਉਂਕਿ ਚਾਹੇ ਨਰ ਹੈ, ਚਾਹੇ ਸੁਰ ਹੈ, ਚਾਹੇ ਮੁਨੀ ਹੈ, ਅੰਮ੍ਰਿਤ ਗੁਰ ਤੋਂ ਹੀ ਮਿਲਣਾ ਹੈ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰ ਹੈ ਜੁਗਤੀ ਵਿਧੀ, ਕੋਈ ਸਰੀਰ ਨਹੀਂ ਹੈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਗੁਰ ਨੇ ਸਾਡੇ 'ਤੇ ਕਿਰਪਾ ਕਰਨੀ, ਸਾਡੇ ਮਨ ਦੇ ਵਿੱਚ ਉਸ ਪ੍ਰਭੂ ਨੂੰ ਵਸਾ ਦੇਣਾ ਹੈ। ਇਸ ਕਰਕੇ ਆਪਾਂ ਆਪਣੇ ਆਪ ਨੂੰ ਦੇਖਣਾ ਹੈ। ਕੀ ਦੇਖਣਾ? ਕਿ ਨੱਕ ਦਿਸਦਾ ਜਾਂ ਨਹੀਂ। ਜੇ ਦਿਸਦਾ, ਕਿਸ ਪਾਸੇ ਦਿਸਦਾ। ਫਿਰ ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ 'ਤੇ ਦੇਖਣਾ, ਫੋਕਸ ਕਰਕੇ ਦ੍ਰਿਸ਼ਟੀ ਆਪਣੇ ਆਪ ਨੂੰ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕ, ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ, ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ ਹਾਲੇ ਇੱਕ ਦ੍ਰਿਸ਼ਟ ਨਹੀਂ ਹੈ, ਕਿਉਂਕਿ ਬਹੁਤ ਸਾਰੇ ਨਹੀਂ ਹੁੰਦੇ ਇੱਕ ਦ੍ਰਿਸ਼ਟ, ਉਸ ਨੇ ਨੱਕ, ਉਹਦੀ ਨਿਸ਼ਾਨੀ ਕੀ ਕਿ ਨੱਕ ਦਿਸਦਾ, ਸੱਜੇ ਦਿਸੇ ਚਾਹੇ ਖੱਬੇ ਚਾਹੇ ਵਿਚਾਲੇ। ਫਿਰ ਉਸਨੇ ਆ ਕੇ ਵਾਪਸ ਦੇਖਣਾ ਹੈ ਕਿ ਹੁਣ ਨੱਕ ਦਿਸ ਨੂੰ ਹਟ ਗਿਆ, ਕਿਉਂਕਿ ਜਦੋਂ ਇੱਕ ਦ੍ਰਿਸ਼ਟ ਹੋ ਗਿਆ ਸੀ, ਨੱਕ ਨਜ਼ਰ ਨਹੀਂ ਆਏਗਾ। ਇਸ ਖੱਬੇ ਪਾਸੇ ਸਾਨੂੰ ਇੱਕ ਪਰਛਾਈ ਤਾਂ ਦਿਸ ਸਕਦੀ, ਹਲਕਾ ਹਲਕਾ, ਲੇਕਿਨ ਨੱਕ ਨਹੀਂ ਦਿਸੇਗੀ। ਫਿਰ ਆਪਾਂ ਅੱਗੇ ਧਿਆਨ ਲਾਵਾਂਗੇ। ਆਓ ਪਹਿਲਾਂ ਦੇਖੀਏ ਆਪਣੇ ਆਪ ਨੂੰ ਨੇਤਰ ਸਮ ਕਰਕੇ।
सामने लेके आइए ध्यान, सामने देखो। मस्तक दे सामने ले जाओ, पलकां उत्ते चुक दो। फिर सामने लेके आइए। फिर नक ते सम करके देखिए, दृष्टि फोकस करके अपने आप को देखिए। अपने प्रकाश रूप में देखना है। जेकर कोई नवा जीव है उसने देखना है, जे पहला नक दिसता सी कि हुण दिसनों हट गया। जे नक दिसनों हट गया तो एक दृष्ट हो गया। फिर आपां टोलण नहीं लग जाना। कई जीव उधर अधर ध्यान करके देखना शुरू कर देंगे, क्योंकि आपां इत्थे सम करके देखना। जिवें पहलां देखिया सी, जे नक नहीं दिसदा अपना परफेक्ट हो गया, आपां नूं दिसना नहीं चाहिए। कई जो ला ला के उधर अधर ध्यान करके देखना शुरू कर देंगे ने। जे देखना होएगा सौखा तरीका होएगा, एक अख बंद कर लियो, दिख जाएगा, छड़ दियो, नहीं दिसेगा। क्योंकि जो दो नेत्र एक हो गए नक नज़र नहीं आएगा। ध्यान नीचे लै जाओ, जिथे आप बैठे हाँ, जो थले कपड़ा विछया, फर्श है, जो भी है, बैड ते बैठे हो, चादर विछी है, उस तो थोड़ा ऊपर देखना है। रिलैक्स, जोर नहीं लगाना, बिल्कुल नॉर्मली देखना है। तो उस तो उपर ही सानू प्रकाश अनुभव होना शुरू हो जाएगा। जिवें पानी दियां लहरां हुंदियां ने, इदां सानू इत्थे प्रकाश दियां लहरां अनुभव होणियां शुरू होणगियां।
और सम करके देखिए अपने आप को। फिर नेत्र सम करके अपने आप को देखिए। फिर नीचे ले जाओ ध्यान। फिर सम करके देखिए अपने आप को। फिर नीचे ले जाओ ध्यान।
फिर सम करके देखे अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਜਦੋਂ ਆਪਾਂ ਅਭਿਆਸ ਕਰਦੇ ਹਾਂ ਮਨ ਦੇ ਵਿੱਚ ਆਸਾ ਰੱਖ ਕੇ, ਅਤੇ ਫਿਰ ਆਸਾ ਨੂੰ ਵਰ ਲੈਂਦੇ ਹਾਂ, ਪ੍ਰਾਪਤ ਕਰ ਆਸਾ ਪੂਰੀ ਹੋ ਜਾਂਦੀ ਹੈ। ਪਰ ਜੇ ਅਸੀਂ ਮਨ ਦੇ ਵਿੱਚ ਵੈਰਾਗ ਹੋਏਗਾ ਕਿ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਉਹ ਜਾਣਦਾ ਹੈ ਕਿ ਕਿੰਨਾ ਕੁ ਸਾਡੇ ਅੰਦਰ ਪਿਆਰ ਹੈ, ਕਿੰਨਾ ਕੁ ਸਾਡਾ ਚਾਅ ਹੈ ਉਸ ਦੇ ਦਰਸ਼ਨਾਂ ਦਾ। ਜਿਹੀ ਜੀ ਸਾਡੀ ਭਾਵਨਾ ਹੈ ਉਹ ਜਿਹਾ ਸਾਨੂੰ ਫਲ ਮਿਲਦਾ, ਕਿਉਂਕਿ ਉਹ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ। ਸਤਿਗੁਰੂ ਸਮਝਾਉਂਦੇ ਨੇ, ਸਤਿਗੁਰ ਸਭ ਕੋ ਏਕ ਨਦਰ ਕਰ ਵੇਖਦਾ, ਜਿਹਾ ਭਾਉ ਤਿਹੋ ਫਲ ਪਾਏ। ਜਾਂ ਸਾਡੇ ਅੰਦਰ ਪਿਆਰ ਹੈ ਉਹ ਜਿਹਾ ਸਾਨੂੰ ਫਲ ਮਿਲਦਾ ਹੈ। ਸੋ ਆਪਾਂ ਪਿਆਰ ਬਣਾਉਣਾ ਹੈ, ਸਾਡੇ ਅੰਦਰ ਪਿਆਸ ਲਾਉਣੀ ਹੈ ਦਰਸ਼ਨਾਂ ਦੀ, ਫਿਰ ਸਾਨੂੰ ਦਰਸ਼ਨ ਹੁੰਦੇ ਨੇ। ਸੋ ਪਿਆਰਿਓ, ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।